ਹੈਲੋ ਸਟੂਡੈਂਟਸ, ਵੈਲਕਮ ਟੂ ਕਲਾਸ ਐਜੂਟੈਕ। ਮਾਈ ਨੇਮ ਇਜ਼ ਪ੍ਰਿਯੰਕਾ। ਹਾਂਜੀ, ਜਿਵੇਂ ਕਿ ਆਪਾਂ ਪੰਜਾਬੀ ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ, ਉਹਦੇ ਵਿੱਚ ਆਪਾਂ 2 ਟੌਪਿਕ ਕਰ ਚੁੱਕੇ ਹਾਂ, ਭਾਈ ਵੀਰ ਸਿੰਘ ਅਤੇ ਧਨੀ ਰਾਮ ਚਾਤਰਿਕ। ਅੱਜ ਆਪਾਂ 3rd ਟੌਪਿਕ ਸਟਾਰਟ ਕਰ ਰਹੇ ਹਾਂ, ਪ੍ਰੋਫੈਸਰ ਪੂਰਨ ਸਿੰਘ। ਹਾਂਜੀ, ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਹਾਂਜੀ, ਇਹਨਾਂ ਦੋਨੋਂ ਵੀਡੀਓਜ਼ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ, ਇਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਅੱਜ ਦਾ ਟੌਪਿਕ ਹੈ ਪ੍ਰੋਫੈਸਰ ਪੂਰਨ ਸਿੰਘ। ਇਹਨਾਂ ਦਾ ਜੀਵਨ ਕਾਲ ਦਾ ਸਮਾਂ ਹੈਗਾ ਜੀ 1881 ਤੋਂ 1931 ਤੱਕ। ਠੀਕ ਹੈ ਜੀ। ਪਹਿਲਾਂ ਇਹਨਾਂ ਦਾ ਜਨਮ ਵੇਖਦੇ ਹਾਂ, ਕਦੋਂ ਹੋਇਆ। 17 ਫਰਵਰੀ 1881 ਨੂੰ। ਜਨਮ ਸਥਾਨ ਹੋਇਆ ਕਿੱਥੇ? ਐਪਟਾਬਾਦ ਦੇ ਪਿੰਡ ਸਲਹੱਡ ਵਿਖੇ। ਇਹਨਾਂ ਦੇ ਪਿਤਾ ਦਾ ਨਾਮ ਕਰਤਾਰ ਸਿੰਘ, ਮਾਤਾ ਦਾ ਨਾਮ ਪਰਮਾ ਦੇਵੀ ਤੇ ਪਤਨੀ ਦਾ ਨਾਮ ਮਾਇਆ ਦੇਵੀ। ਹਾਂਜੀ, ਇਹਨਾਂ ਦਾ ਜਨਮ ਹੋਇਆ 17 ਫਰਵਰੀ 1881 ਨੂੰ। ਸਥਾਨ ਐਪਟਾਬਾਦ ਦੇ ਪਿੰਡ ਸਲਹੱਡ ਵਿਖੇ। ਪਿਤਾ ਦਾ ਨਾਮ ਕਰਤਾਰ ਸਿੰਘ, ਮਾਤਾ ਦਾ ਨਾਮ ਪਰਮਾ ਦੇਵੀ, ਪਤਨੀ ਦਾ ਨਾਮ ਮਾਇਆ ਦੇਵੀ। ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਇੰਪੋਰਟੈਂਟ ਨੇ, ਕਿਉਂਕਿ ਆਪਾਂ ਨੂੰ ਹਰ ਇੱਕ ਰਾਈਟਰ ਦੇ ਬਰਥ ਡੇਟ ਦਾ ਪਤਾ ਹੋਣਾ ਜ਼ਰੂਰੀ ਹੈਗਾ। ਹਾਂਜੀ, ਚਲੋ ਅੱਗੇ ਕਰਦੇ ਹਾਂ। ਇਹ ਚੀਜ਼ਾਂ ਨੋਟ ਕਰ ਲਿਓ। ਇਹ ਪੂਰਨ ਸਿੰਘ ਅਟਕ ਦਰਿਆ ਤੇ ਖੇਡਦੇ ਹੋਏ ਵੱਡੇ ਹੋਇਆ। ਅਟਕ ਦਰਿਆ ਤੇ, ਠੀਕ ਹੈ ਜੀ, ਇੱਥੇ ਖੇਡਦਾ ਹੋਇਆ ਹੀ ਵੱਡਾ ਹੋਇਆ। ਐਂਡ ਇਹਨਾਂ ਨੇ ਆਪਣੀ ਬਚਪਨ ਦੀ ਪੜ੍ਹਾਈ ਮਾਸਟਰ ਵੇਲੀ ਰਾਮ ਤੋਂ ਹਾਸਿਲ ਕੀਤੀ। ਇੱਕ ਚੀਜ਼ ਆ ਇੰਪੋਰਟੈਂਟ ਹੈ ਕਿ ਪੂਰਨ ਸਿੰਘ ਅਟਕ ਦਰਿਆ ਤੇ ਖੇਡਦਾ ਹੋਇਆ ਵੱਡਾ ਹੋਇਆ, ਤੇ ਸੈਕਿੰਡ ਕੀ ਹੈ, ਬਚਪਨ ਦੀ ਪੜ੍ਹਾਈ ਉਹਨਾਂ ਨੇ ਮਾਸਟਰ ਵੇਲੀ ਰਾਮ ਤੋਂ ਹਾਸਿਲ ਕੀਤੀ ਹੈ। ਦੋਨੇ ਚੀਜ਼ਾਂ ਨੋਟ ਕਰ ਲਓ, ਫਿਰ ਉਸ ਤੋਂ ਅੱਗੇ ਕਰਦੇ ਹਾਂ। (1897) ਈਸਵੀ ਵਿੱਚ ਇਹਨਾਂ ਨੇ ਮੈਟ੍ਰਿਕ ਪਾਸ ਕਰਕੇ, ਠੀਕ ਹੈ ਜੀ, ਉਚੇਰੀ ਵਿੱਦਿਆ ਲਈ ਲਾਹੌਰ ਦਾਖਲਾ ਲਿਆ ਸੀ ਇਹਨਾਂ ਨੇ। ਠੀਕ ਹੈ ਜੀ, DAV ਕਾਲਜ ਦੇ ਵਿੱਚ। 1897 ਈਸਵੀ ਵਿੱਚ ਮੈਟ੍ਰਿਕ ਪਾਸ ਕਰਕੇ ਉਚੇਰੀ ਵਿੱਦਿਆ ਲਈ ਲਾਹੌਰ ਦਾਖਲਾ ਲਿਆ ਇਹਨਾਂ ਨੇ DAV ਕਾਲਜ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਸ਼ੇਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਵਿੱਚ ਐਂਟਨੀ ਦੀ ਭੂਮਿਕਾ ਨਿਭਾਈ। ਠੀਕ ਹੈ ਜੀ, ਸ਼ੇਕਸਪੀਅਰ ਦਾ ਨਾਟਕ ਸੀ ਜੂਲੀਅਸ ਸੀਜ਼ਰ, ਇਹਦੇ ਵਿੱਚ ਕੀ ਹੈ, ਐਂਟਨੀ ਦੀ ਭੂਮਿਕਾ ਵੀ ਨਿਭਾਈ ਹੈ ਇਹਨਾਂ ਨੇ। ਇਹ ਚੀਜ਼ ਵੀ ਇੰਪੋਰਟੈਂਟ ਹੈ, ਨੋਟ ਕਰ ਲਓ। ਉਸ ਤੋਂ ਬਾਅਦ ਇਹ ਜਾਪਾਨ ਗਏ ਸੀਗੇ। ਠੀਕ ਹੈ, ਜਾਪਾਨ ਫੇਰੀ ਦੌਰਾਨ ਕਹਿੰਦੇ ਇਹ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ, ਕਿਹੜੇ ਧਰਮ ਤੋਂ? ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਭਿਕਸ਼ੂ ਬਣ ਗਏ ਸੀਗੇ।
ਜਦੋਂ ਜਾਪਾਨ ਗਏ ਇਹ ਜਾਪਾਨ ਫੇਰੀ ਦੌਰਾਨ ਕਹਿੰਦੇ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਭਿਕਸ਼ੂ ਬਣ ਗਏ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ, ਪੇਪਰ 'ਚ ਆ ਸਕਦੀਆਂ ਨੇ, ਸੋ ਸਾਰੀਆਂ ਨੋਟ ਕਰ ਲਿਓ ਤਾਂ ਕਿ ਪੇਪਰ ਟਾਈਮ ਆਪਾਂ ਨੂੰ ਪੜ੍ਹਨ 'ਚ ਕੋਈ ਦਿੱਕਤ ਨਾ ਹੋਵੇ। ਜਾਪਾਨ ਵਿੱਚ ਇਹਨਾਂ ਨੇ ਇੱਕ ਗਰਜਦੀ ਪ੍ਰਭਾਤ ਨਾਮ ਦੀ ਇੱਕ ਪੱਤਰਿਕਾ ਵੀ ਜਾਰੀ ਕੀਤੀ ਹੈ। ਠੀਕ ਹੈ, ਲਿਖ ਲਓ। ਇੱਕ ਤਾਂ ਜਾਪਾਨ ਫੇਰੀ ਦੌਰਾਨ ਕਹਿੰਦੇ ਇਹ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਭਿਕਸ਼ੂ ਬਣ ਗਏ। ਸੈਕਿੰਡ ਕੀ ਹੈ, ਕਹਿੰਦੇ ਜਾਪਾਨ ਵਿੱਚ ਗਰਜਦੀ ਪ੍ਰਭਾਤ ਨਾਮ ਦੀ ਇੱਕ ਪੱਤਰਿਕਾ ਵੀ ਜਾਰੀ ਕੀਤੀ ਇਹਨਾਂ ਨੇ, ਚਲਾਈ ਸੀਗੀ। ਇਹ ਚੀਜ਼ ਵੀ ਲਿਖ ਲਓ। ਉਸ ਤੋਂ ਬਾਅਦ ਕਹਿੰਦੇ ਜਦੋਂ ਬੋਧੀ ਭਿਕਸ਼ੂ ਬਣ ਗਏ ਉਸ ਤੋਂ ਬਾਅਦ ਇਹਨਾਂ ਤੇ ਸਵਾਮੀ ਜਦੋਂ ਇਹ ਬੋਧੀ ਭਿਕਸ਼ੂ ਬਣ ਗਏ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਨਾ ਸਵਾਮੀ ਰਾਮ ਤੀਰਥ ਦੇ ਵਿਚਾਰਾਂ ਦਾ ਬਹੁਤ ਪ੍ਰਭਾਵ ਪਿਆ, ਜਿਹਦੇ ਕਰਕੇ ਇਹ ਵੇਦਾਂਤੀ ਸੰਨਿਆਸੀ ਬਣ ਗਏ। ਠੀਕ ਹੈ, ਕਿਹਦੇ ਵਿਚਾਰਾਂ ਦਾ ਪ੍ਰਭਾਵ ਪਿਆ ਸੀ ਇਹਨਾਂ ਤੇ? ਸਵਾਮੀ ਰਾਮ ਤੀਰਥ ਦੇ, ਜਿਹਦੇ ਕਰਕੇ ਕੀ ਇਹ ਵੇਦਾਂਤੀ ਸੰਨਿਆਸੀ ਬਣ ਗਏ। ਉਸ ਤੋਂ ਬਾਅਦ ਜੀ 1912 ਵਿੱਚ ਵਿਦਿਆ ਕਾਨਫਰੰਸ ਦੌਰਾਨ ਇਹਨਾਂ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਹੋਈ ਸੀ। ਆ ਚੀਜ਼ ਨੋਟ ਕਰੋ। 1912 ਵਿੱਚ ਵਿਦਿਆ ਕਾਨਫਰੰਸ ਦੌਰਾਨ ਇਹਨਾਂ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਹੋਈ। ਕਿੱਥੇ ਹੋਈ ਸੀ? ਸਿਆਲਕੋਟ 'ਚ, ਜਿਹਦੇ ਕਰਕੇ ਕਿ ਇਹ ਰਹੱਸਵਾਦੀ ਸਾਧਕ ਬਣ ਗਏ ਇਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ। ਠੀਕ ਹੈ, 1912 ਵਿੱਚ ਵਿਦਿਆ ਕਾਨਫਰੰਸ ਦੌਰਾਨ ਸਿਆਲਕੋਟ ਵਿਖੇ ਇਹਨਾਂ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਹੋਈ, ਜਿਹਦੇ ਕਰਕੇ ਕਿ ਇਹ ਰਹੱਸਵਾਦੀ ਸਾਧਕ ਬਣ ਗਏ। ਇਹ ਚੀਜ਼ ਲਿਖ ਲਓ। ਉਸ ਤੋਂ ਬਾਅਦ ਅੱਗੇ ਕਰਦੇ ਫਿਰ। ਜਿਹੜਾ ਪੰਜਾਬੀ ਕਾਵਿ ਦੇ ਵਿੱਚ ਖੁੱਲੀ ਕਵਿਤਾ ਲਿਖਣ ਦਾ ਰਿਵਾਜ ਆ ਉਹ ਕਿਹਨੇ ਪਾਇਆ? ਉਹਦਾ ਮੁੱਢ ਕਿਹਨੇ ਵੱਜਿਆ? ਪ੍ਰੋਫੈਸਰ ਪੂਰਨ ਸਿੰਘ ਨੇ। ਖੁੱਲੀ ਕਵਿਤਾ ਲਿਖਣ ਦਾ ਮੁੱਢ ਪ੍ਰੋਫੈਸਰ ਪੂਰਨ ਸਿੰਘ ਨੇ ਵੱਜਿਆ। ਠੀਕ ਹੈ, ਜਿਹਨੂੰ ਓਪਨ ਐਂਡਡ ਰਚਨਾ ਵੀ ਕਹਿੰਦੇ ਨੇ। ਓਪਨ ਐਂਡਡ। ਠੀਕ ਹੈ ਜੀ, ਨੋਟ ਕਰ ਲਓ। ਖੁੱਲੀ ਕਵਿਤਾ ਲਿਖਣ ਦਾ ਰਿਵਾਜ ਪ੍ਰੋਫੈਸਰ ਪੂਰਨ ਸਿੰਘ ਨੇ ਪਾਇਆ, ਜਿਸ ਨੂੰ ਓਪਨ ਐਂਡਡ ਰਚਨਾ ਵੀ ਕਿਹਾ ਜਾਂਦਾ ਹੈਗਾ। ਓਪਨ ਐਂਡਡ ਰਚਨਾ ਹੁੰਦੀ ਕੀ ਹੈ? ਕਹਿੰਦੇ ਜਿਹੜੇ ਖਤਮ ਹੋ ਜਾਣ ਤੋਂ ਬਾਅਦ ਵੀ, ਕੋਈ ਵੀ ਰਚਨਾ ਖਤਮ ਹੋ ਜਾਣ ਤੋਂ ਬਾਅਦ ਵੀ ਕੁਛ ਲਿਖੇ ਜਾਣ ਦੀ ਸੰਭਾਵਨਾ ਰੱਖਦੀ ਹੋਵੇ। ਠੀਕ ਹੈ ਜੀ, ਇਹਨੂੰ ਬੋਲਦੇ ਆ ਓਪਨ ਐਂਡਡ। ਠੀਕ ਹੈ, ਜਿਹੜੀ ਚੀਜ਼ ਖਤਮ ਹੋ ਜਾਣ ਤੋਂ ਬਾਅਦ ਵੀ ਕੁਝ ਲਿਖੇ ਜਾਣ ਦੀ ਸੰਭਾਵਨਾ ਰੱਖਦੀ ਹੋਵੇ ਉਹਨੂੰ ਬੋਲਦੇ ਆ ਆਪਾਂ ਓਪਨ ਐਂਡਡ ਰਚਨਾ।
ਪ੍ਰੋਫੈਸਰ ਪੂਰਨ ਸਿੰਘ ਨੇ ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਨਕਾਰਿਆ। ਠੀਕ ਹੈ ਜੀ, ਕਹਿੰਦੇ ਪੂਰਨ ਸਿੰਘ ਨੇ ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਨਕਾਰਿਆ। ਛੰਦ ਨੂੰ, ਇਹ ਚੀਜ਼ ਵੀ ਲਿਖ ਲਓ। ਇਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਮਾਨਵਤਾਵਾਦੀ ਤੇ ਵਿਰਾਗ, ਇਹ ਵੀ ਇਹਨਾਂ ਦੀਆਂ ਕਵਿਤਾਵਾਂ ਦੇ ਕੀ ਵਿਸ਼ੇ ਰਹੇ ਨੇ। ਇਸ ਚੀਜ਼ ਵੀ ਨੋਟ ਕਰ ਲਈ। ਇੱਕ ਤਾਂ ਇਹਨਾਂ ਨੇ ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਨਕਾਰਿਆ। ਸੈਕਿੰਡ ਕੀ ਹੈ, ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ। ਥਰਡ ਇਹਨਾਂ ਦੀ ਮਾਨਵਤਾਵਾਦੀ ਤੇ ਵਿਰਾਗ ਵੀ ਕੀ ਇਹਨਾਂ ਦੀ ਕਵਿਤਾਵਾਂ ਦੇ ਵਿਸ਼ੇ ਰਹੇ ਨੇ। ਉਸ ਤੋਂ ਬਾਅਦ ਆ ਜਾਓ ਅੱਗੇ, ਇਹਨਾਂ ਨੂੰ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਦਾ ਕਵੀ ਆਖਿਆ ਜਾਂਦਾ। ਪੰਜਾਬੀ ਕਾਵਿ ਜਗਤ 'ਚ ਇਹਨਾਂ ਦੇ 3 ਕਾਵਿ ਸੰਗ੍ਰਹਿ ਮਿਲਦੇ ਨੇ। 3 ਕਾਵਿ ਸੰਗ੍ਰਹਿ ਮਿਲਦੇ ਨੇ। ਖੁੱਲੇ ਮੈਦਾਨ, ਖੁੱਲੇ ਘੁੰਡ, ਖੁੱਲੇ ਆਸਮਾਨੀ ਰੰਗ। ਠੀਕ ਹੈ ਜੀ, ਪੰਜਾਬੀ ਉਹਦੇ ਵਿੱਚ ਕਾਵਿ ਰਚਨਾ ਦੇ 3 ਕਾਵਿ ਸੰਗ੍ਰਹਿ ਮਿਲਦੇ ਨੇ। ਕਿਹੜੇ ਕਿਹੜੇ? ਖੁੱਲੇ ਮੈਦਾਨ, ਖੁੱਲੇ ਘੁੰਡ, ਖੁੱਲੇ ਆਸਮਾਨੀ ਰੰਗ। ਤਿੰਨੇ ਲਿਖ ਲਓ ਇਹ। ਜਿਹੜਾ ਹੈ ਜੀ ਖੁੱਲੇ ਆਸਮਾਨੀ ਰੰਗ, ਇਹ ਇਹਨਾਂ ਦੇ ਮਰਨ ਉਪਰੰਤ ਛਪਿਆ, ਡੈਥ ਤੋਂ ਬਾਅਦ ਛਪਿਆ ਸੀ। ਠੀਕ ਹੈ, ਖੁੱਲੇ ਆਸਮਾਨੀ ਰੰਗ ਇਹਨਾਂ ਦੀ ਡੈਥ ਤੋਂ ਬਾਅਦ ਛਪਿਆ ਸੀਗਾ, ਮਰਨ ਉਪਰੰਤ। ਉਸ ਤੋਂ ਬਾਅਦ ਅੱਗੇ ਕਰਦੇ ਹਾਂ। ਇਹਨਾਂ ਨੇ ਇੱਕ ਰੂਸੀ ਲੇਖਕ ਟੋਲਸਟਾਏ ਦੀ ਰਚਨਾ ਸੀਗੀ ਇਹਦਾ ਅਨੁਵਾਦ ਕੀਤਾ ਸੀ ਮੋਇਆਂ ਦੀ ਜਾਗ। ਠੀਕ ਹੈ, ਇਹ ਚੀਜ਼ ਨੋਟ ਕਰ ਲਓ। ਇੱਕ ਰੂਸੀ ਲੇਖਕ ਸੀ ਟੋਲਸਟਾਏ, ਉਹਦੀ ਰਚਨਾ, ਠੀਕ ਹੈ, ਜਿਹੜੀ ਇੰਗਲਿਸ਼ ਦੇ ਵਿੱਚ ਇਹਨਾਂ ਦੀ ਰਚਨਾ ਸੀਗੀ, ਇਹਦਾ ਅਨੁਵਾਦ ਕੀਤਾ ਸੀ ਮੋਇਆਂ ਦੀ ਜਾਗ। ਇਸ ਤੋਂ ਬਾਅਦ ਕਾਰਲਾਈਨ ਦੀ ਪੁਸਤਕ ਹੈ ਹੀਰੋ ਐਂਡ ਹੀਰੋ ਵਰਸ਼ਿਪ। ਇਹਦਾ ਅਨੁਵਾਦ ਕੀਤਾ ਸੀ ਕਲਾਤਾਰੀ ਪੂਜਾ। ਕਾਰਲਾਈਨ ਦੀ ਪੁਸਤਕ ਹੀਰੋ ਐਂਡ ਹੀਰੋ ਵਰਸ਼ਿਪ ਦਾ ਅਨੁਵਾਦ ਕੀਤਾ ਸੀਗਾ ਕਲਾਤਾਰੀ ਪੂਜਾ। ਇਹ ਚੀਜ਼ ਵੀ ਲਿਖ ਲਓ। ਇਹਨਾਂ ਨੇ ਹਮੇਸ਼ਾ ਕਿਸ ਚੀਜ਼ ਤੇ ਜ਼ੋਰ ਦਿੱਤਾ ਕਿ ਕਵਿਤਾ ਦਾ ਰੰਗ ਕੀ ਆਪ ਮੁਹਾਰਾ ਹੁੰਦਾ ਹੈ। ਠੀਕ ਹੈ, ਇਹ ਚੀਜ਼ ਵੀ ਨੋਟ ਕਰ ਲਿਓ।
उस तो बाद इन्हां दी मौत कदों हो गई सीगी 31 मार्च 1931 ਨੂੰ ਡੈਥ ਲਿਖ ਲਓ ਇਹਨਾਂ ਦੀ। ਤੇ ਬਰਥ ਕਦੋਂ ਹੋਇਆ ਸੀ 17 ਫਰਵਰੀ 1881 ਨੂੰ। ਡੈਥ ਕਦੋਂ ਹੋਈ ਹੈ 31 ਮਾਰਚ 1931 ਨੂੰ। ਚੀਜ਼ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਰਚਨਾਵਾਂ ਦੇਖਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਪੁਸਤਕਾਂ ਦਾ। ਪੂਰਨ ਸਿੰਘ ਦੀਆਂ ਪੁਸਤਕਾਂ। ਸਾਰੀਆਂ ਨੋਟ ਕਰਨੀਆਂ ਜੀ। ਖੁੱਲੇ ਮੈਦਾਨ, ਇਹ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ। जो 1922 ਵਿੱਚ ਛਪਿਆ। ਠੀਕ ਹੈ। ਇਸ ਤੋਂ ਬਾਅਦ ਖੁੱਲੇ ਘੁੰਡ, ਫਿਰ ਖੁੱਲੇ ਆਸਮਾਨੀ ਰੰਗ, ठीक है जी। उस तो बाद अगे आ जाओ खुले लेख, अबचल जोत, पहला है खुले मैदान, यह इन्हों का पहला काव्य संग्रह जो 1922 में प्रकाशित होया। फिर खुले घुंड, खुले आसमानी रंग, खुले लेख, अबचल जोत, ये सारे नोट कर लो। इस तो बाद अगे करते हैं। नैक्सट लिख लो जिसने लिख लिया कन्यादान, कन्यादान लिख लो। कला ते कलाकारी, यह अनुवाद किया होया। ठीक है जी। इस तो बाद मोया दी जाग, ये भी तुहानूं दस चुकी हाँ कि टॉलस्टॉय की रचना सी, रूसी लेखक। ठीक है, उसका अनुवाद किया इन्हों ने। इस तो बाद कुछ इन्हों दी इंग्लिश वाली बुक्स नेगियां, वो भी नोट कर लो। द सिस्टर्स ऑफ द स्पाइनिंग व्हील, लिख लो जी। यह 1921 है, आ भी नोट कर लियो। कन्यादान, कला ते कलाकारी, अनुवाद, मोया दी जाग, द सिस्टर्स ऑफ द स्पाइनिंग व्हील 1921, लिख लो। उस तो बाद अगे करते हैं। नैक्सट है द आर्मस्ट्रांग, वीड्स 1923। ठीक है जी। एन आफ्टरनून, विद दी सैल्फ, दी आर्मस्ट्रांग वीड्स दी आफ्टरनून विद दी सैल्फ। इस तो बाद 7 बास्केट्स ऑफ प्रोज पोएम, यह इन्हों दी इंग्लिश वाली बुक्स ने जिन्हें इन्होंने इंग्लिश लिखी होंगी। आर्मस्ट्रांग वीड्स एंड आफ्टरनून विद दी सैल्फ, 7 बास्केट्स ऑफ प्रोज पोएम।
बर्निंग कैंडल्स 1980-81, ठीक है। दी ब्राइड ऑफ द स्काई 1976, लिख लो। नेक्स्ट है प्रक्षिणा 1980, बर्निंग कैंडल्स 1980-81, दी ब्राइड ऑफ द स्काई 1976, प्रक्षिणा है 1980, लिख लो। नेक्स्ट हैगी है द स्पिरिट ऑफ ओरिएंटल पोइट्री, द स्पिरिट ऑफ ओरिएंटल पोइट्री 1927, ठीक है जी, नोट कर लो। द स्पिरिट बोर्न पीपल 1928, द स्पिरिट ऑफ ओरिएंटल पोइट्री 1927, द स्पिरिट बोर्न पीपल 1928। इस तो बाद हैगी इन्हां दी गुरु गोविंद सिंह थॉट्स एंड रिफ्लेक्शंस 1966। द हिमालयन पाइन्स लिखी चलो जी। द टेम्पल टूलिप, द स्टोरी ऑफ स्वामी रामा, द स्टोरी ऑफ स्वामी रामा, द बुक ऑफ टेन मास्टर्स, रोजेज ऑफ कश्मीर, गीत गोविंद, द स्टोरी ऑफ स्वामी रामा, द बुक ऑफ टेन मास्टर्स, रोजेज ऑफ कश्मीर, गीत गोविंद। इस तो आगे आ जाओ। नागस भाई वीर सिंह की कविता का अनुवाद सी यह। ठीक है जी, किन्ने दे विच 1921 नागस भाई वीर सिंह की कविता का अनुवाद जपजी साहिब का अनुवाद सी यह।
ठीक है जी। इस तो बाद आत्मा दी कविता, ये पूरन सिंह की समुची कविता का अनुपात से, पूरन सिंह की समुची कविता का अनुवाद से। लिख लो ये। हाँ जी, जो हम आप पहला किया सी ना खुले मैदान, ये बारे देखते हैं थोड़ा जा। एक ही सीगा पूरन सिंह ने वाल्ट विटमैन की पुस्तक सी घाह दियां पत्तियां, उस तो प्रभावित होकर लिखा सीगा। ठीक है जी। ये खुले मैदान पूरन सिंह ने वाल्ट विटमैन की पुस्तक सी घाह दियां पत्तियां, उस तो प्रभावित होकर लिखा सीगा। ये लिख लो, इन्हों का पहला काव्य संग्रह सी ये। जिहड़ा खुले मैदान है इहनूं 5 भागां विच वंडिया गया। ठीक है जी। पहला हैगा पूरननाथ जोगी, आ नोट कर लो, फिर उस तो बाद अगे करते हैं। पूरननाथ जोगी दे विच की है, पूरन भगत का बिरतांत दस्सिया होया गा। इनू कुल 51 दृश्यों में समेटिया हुआ है। ठीक है जी। पूरननाथ जोगी ने कुल 51 दृश्यों के समेटिया होया गा। इस तो बाद ਇਹਦੇ ਵਿੱਚ ਕੀ ਹੈ, ਕਹਿੰਦੇ ਕਾਦਰਯਾਰ ਦੇ किस्से, पूरन भगत नूं ही कविता के रूप में दर्शाया गया। उस तो बाद जिहड़ा है पूरन भगत है कादरयार का किस्सा, कादरयार ने इसनूं बैंद विच सॉरी एक किस्सा की है, कहते बैंद विच है, बट पूरन सिंह ने इसनूं खुली कविता राही दर्शाया है। ठीक है। कुल 51 दृश्यों में समेटिया होया। कादरयार के किस्से पूरन भगत नूं कविता के रूप में दर्शाया गया है। नैक्सट की है, कादरयार का कहते पूरन भगत किस्सा है बैंत विच है, बट पूरन सिंह ने इसनूं खुली कविता के दर्शाया। कर लो नोट। ਇਹਦੇ ਵਿੱਚ ਕਾਦਰਯਾਰ ने किस चीज़ से जोर दिता सीगा? कहानी वर्णन ते। कादरयार दा मुख जोर कहानी वर्णन दे सी, बट जिहड़ा पूरन दा प्रोफैसर पूरन सिंह ने किस चीज़ से जोर दिता? पात्रां दे मनोविग्यान ते।
ਕਾਦਰ ਯਾਰ ਦਾ ਮੁੱਖ ਜ਼ੋਰ ਕਹਾਣੀ ਵਰਣਨ ਤੇ, ਬਟ ਪਾਤਰਾਂ ਨੇ ਪੂਰਨ ਸਿੰਘ ਨੇ ਕਿਸ ਤੇ ਜ਼ੋਰ ਦਿੱਤਾ ਗਾ? ਪਾਤਰਾਂ ਦੇ ਮਨੋਵਿਗਿਆਨ ਤੇ। ਲਿਖ ਲਓ। ਇਹਨੂੰ 5 ਭਾਗਾਂ ਵਿੱਚ ਵੰਡਿਆ ਹੋਇਆ ਸੀ ਨਾ। ਪਹਿਲਾਂ ਤਾਂ ਆਪਾਂ ਕੀਤਾ ਪੂਰਨ ਭਗਤ ਵਾਲਾ, ਠੀਕ ਹੈ ਨਾ, ਪੂਰਨ ਆ ਜੋਗੀ ਵਾਲਾ। ਨੈਕਸਟ ਆਪਾਂ ਕਰਦੇ ਹਾਂ ਝਨਾਂ ਦੀਆਂ ਲਹਿਰਾਂ। ਇਹਦੇ ਵਿੱਚ ਕੀ ਹੈ? ਪ੍ਰਕਿਰਤੀ ਨਾਲ ਪ੍ਰੇਮ ਦੀਆਂ ਰੋਮਾਂਟਿਕ ਕਵਿਤਾਵਾਂ ਨੇ। ਠੀਕ ਹੈ ਜੀ। ਇਹਦੇ ਵਿੱਚ ਕੁੱਲ 22 ਕਵਿਤਾਵਾਂ ਨੇਗੀਆਂ। ਜਿਹੜੀਆਂ ਇਹਦੇ ਵਿਚਲੀਆਂ ਕੁਛ ਆਪਾਂ ਕਵਿਤਾਵਾਂ ਲਿਖਦੇ ਹਾਂ, ਉਹਨਾਂ ਦੇ ਵਿਸ਼ੇ ਲਿਖਦੇ ਹਾਂ। ਮੇਰਾ ਟੁੱਟਾ ਜਿਹਾ ਗੀਤ ਲਿਖ ਲਓ। ਇਹਦੇ ਵਿੱਚ ਕੀ ਹੈ? ਕਵੀ ਨੇ ਦੁਨੀਆ ਬਾਰੇ ਆਪਣੇ ਸੁਹਜਵਾਦੀ ਨਜ਼ਰੀਏ ਨੂੰ ਪੇਸ਼ ਕੀਤਾ। ਝਨਾਂ ਦੀਆਂ ਲਹਿਰਾਂ, ਇਹਦੇ ਵਿੱਚ ਕੀ ਹੈ? ਪ੍ਰਕਿਰਤੀ ਨਾਲ ਪ੍ਰੇਮ ਦੀਆਂ ਰੋਮਾਂਟਿਕ ਕਵਿਤਾਵਾਂ ਨੇਗੀਆਂ। ਇਹਦੇ ਵਿੱਚ ਕੀ ਹੈ? ਕਹਿੰਦੇ ਟੋਟਲ 22 ਕਵਿਤਾਵਾਂ ਦਿੱਤੀਆਂ ਹੋਈਆਂ ਨੇਗੀਆਂ। ਇਹਦੇ ਵਿੱਚ ਆਪਾਂ ਕੁਛ ਕੁ ਕਵਿਤਾਵਾਂ ਦੇ ਵਿਸ਼ੇ ਲਿਖਾਂਗੇ, ਜਿਵੇਂ ਇੱਕ ਹੈਗੀ ਮੇਰਾ ਟੁੱਟਾ ਜਿਹਾ ਗੀਤ। ਇਹਦੇ ਵਿੱਚ ਕੀ ਹੈ? ਕਵੀ ਨੇ ਆਪਣੇ ਦੁਨੀਆ ਬਾਰੇ ਜਿਹੜਾ ਸੁਹਜਵਾਦੀ ਨਜ਼ਰੀਆ ਉਹਨੂੰ ਪੇਸ਼ ਕੀਤਾ ਇਹਦੇ ਵਿੱਚ। ਠੀਕ ਹੈ ਜੀ, ਚਲੋ ਨੋਟ ਕਰ ਲਓ, ਉਸ ਤੋਂ ਅੱਗੇ ਕਰਦੇ ਫਿਰ ਆਪਾਂ। ਨੈਕਸਟ ਹੈਗੀ ਆ ਦਿਲ ਮੇਰਾ ਖਚਿੰਦਾ। ਇਹਦੇ ਵਿੱਚ ਕੀ ਹੈ? ਕਵੀ ਨੇ ਮਨੁੱਖ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗ ਅਤੇ ਪਤੰਗਬਾਜ਼ ਦੇ ਰਿਸ਼ਤੇ ਦੀ ਤਰ੍ਹਾਂ ਉਸ ਤਰ੍ਹਾਂ ਪੇਸ਼ ਕੀਤਾ। ਠੀਕ ਹੈ ਜੀ। ਇਹਨੂੰ ਦਿਲ ਮੇਰਾ ਖਚਿੰਦਾ ਮਨੁੱਖ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗ ਅਤੇ ਪਤੰਗਬਾਜ਼ ਦੇ ਰਹੱਸਮਈ ਰਿਸ਼ਤੇ ਰਾਹੀਂ ਪੇਸ਼ ਕੀਤਾ। ਅੱਗੇ ਲਿਖ ਲਓ। ਇਸੇ ਦੇ ਵਿੱਚ ਜਿਹੜੀ ਅਗਲੀ ਕਵਿਤਾ ਪ੍ਰਭਾਤ ਆਕਾਸ਼ ਵਿੱਚ। ਠੀਕ ਹੈ ਜੀ। ਦਿਲ ਮੇਰਾ ਖਚਿੰਦਾ, ਜਿਹਦੇ ਵਿੱਚ ਕੀ ਹੈ? ਕਵੀ ਨੇ ਮਨੁੱਖ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗ ਅਤੇ ਪਤੰਗਬਾਜ਼ ਦੇ ਰਹੱਸਮਈ ਰਿਸ਼ਤੇ ਦੀ ਤਰ੍ਹਾਂ ਪੇਸ਼ ਕੀਤਾ ਹੈ। ਨੈਕਸਟ ਹੈਗੀ ਇਹਦੇ ਵਿੱਚ ਪ੍ਰਭਾਤ ਆਕਾਸ਼ ਵਿੱਚ। ਨੈਕਸਟ ਲਿਖ ਲਓ ਹੱਲ ਵਾਹੁਣ ਵਾਲੇ। ਇਹਦੇ ਵਿੱਚ ਕੀ ਹੈ? ਕਵੀ ਨੇ ਕਿਸਾਨਾਂ ਦੇ ਮਨੋਭਾਵਾਂ ਰਾਹੀਂ ਪ੍ਰਕਿਰਤੀ ਨਾਲ ਗੱਲਬਾਤ ਕੀਤੀ ਹੈ। ਠੀਕ ਹੈ ਜੀ। ਠੀਕ ਹੈ। ਹੱਲ ਵਾਹੁਣ ਵਾਲੇ, ਇਹਦੇ ਵਿੱਚ ਕੀ ਕਿਸਾਨਾਂ ਦੇ ਮਨੋਭਾਵਾਂ ਰਾਹੀਂ ਪ੍ਰਕਿਰਤੀ ਦੀ ਗੱਲਬਾਤ ਕੀਤੀ ਹੈ। ਇਹ ਸਾਰੇ ਉਸੇ ਦੇ ਅੰਡਰ ਆ ਰਹੇ ਨੇ ਝਨਾਂ ਦੀਆਂ ਲਹਿਰਾਂ ਦੇ ਵਿੱਚ। ਹੱਲ ਵਾਹੁਣ ਵਾਲੇ ਜਿਹੜਾ ਇਸ ਤੋਂ ਪਹਿਲਾਂ ਆ ਗਿਆ ਸੀਗਾ। ਠੀਕ ਹੈ ਜੀ। ਪ੍ਰਭਾਤ ਵਾਲਾ, ਇਸੇ ਦੇ ਵਿੱਚ ਅੱਗੇ ਆਉਂਦਾ ਦਰਿਆ ਕਿਨਾਰੇ।
ਇਹਦੇ ਵਿੱਚ ਕੀ ਕਿਹਾ ਕਵੀ ਨੇ, ਕਹਿੰਦੇ ਨਿਯਮਾਂ ਤੋਂ ਪਰੇ ਹਟ ਕੇ ਪ੍ਰਕਿਰਤੀ ਦੇ ਅੰਗ ਸੰਗ ਰਹਿਣ ਦੀ ਗੱਲ ਕੀਤੀ ਆ। ਇਸ ਕਵਿਤਾ ਦੇ ਵਿੱਚ ਕੀ ਵਿਸ਼ਾ, ਕਹਿੰਦੇ ਆਪਣੇ ਨਿਯਮਾਂ ਤੋਂ ਪਰੇ ਹਟ ਕੇ ਪ੍ਰਕਿਰਤੀ ਦੇ ਅੰਗ ਸੰਗ ਕਿਵੇਂ ਰਹਿਣਾ ਗਾ। ਇਸ ਦੇ ਵਿੱਚ ਇੱਕ ਹੋਰ ਉਹ ਵੀ ਲਿਖ ਲਓ, ਕਰ ਕੀ ਗਹਿ ਚੰਗੀ। ਇਹਦੇ ਵਿੱਚ ਕੀ ਹੈ, ਕਵੀ ਨੇ ਇੱਕ ਗ੍ਰਹਸਥਨ ਹੁੰਦੀ ਹੈ, ਠੀਕ ਹੈ ਨਾ, ਜਿਵੇਂ ਇਸਤਰੀ ਹੁੰਦੀ ਆ, ਉਹਦੇ ਦਿਨ ਦੇ ਵਿੱਚ ਜੋ ਵੀ ਕੰਮ ਵਗੈਰਾ ਹੁੰਦੇ ਨੇ ਉਹਦੇ ਦਿਨਚਰਿਆ ਦੀ ਵਿਆਖਿਆ ਕੀਤੀ ਹੈ। दो भाग हो गए से अपने, हुण आपां थर्ड लिख रहे हैं, देश प्यार पंजाब मेरा। ये नोट कर लो, देश प्यार पंजाब मेरा। पहला तो हैगा सीगा पूर्ण भगत वाला, ठीक है ना। थर्ड हैगा गा देश प्यार पंजाब मेरा। सैकेंड वाला हैगा सी झना दियां लहरां, ਜਿਹਦੇ ਵਿੱਚ ਉਹਨਾਂ ਨੇ ਪ੍ਰਕਿਰਤੀ ਨਾਲ ਜਿਹੜੀਆਂ ਪਿਆਰ ਦੀਆਂ ਰੋਮਾਂਟਿਕ ਕਵਿਤਾਵਾਂ ਸੀ ਉਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਨਾ ਹੈ, ਇਹਦੇ ਵਿੱਚ ਕੁੱਲ ਕਿੰਨੀਆਂ ਕਵਿਤਾਵਾਂ ਨੇ, 9। ਵਿਸ਼ਾ ਕੀ ਇਹਨਾਂ ਦਾ, ਪੰਜਾਬੀ ਸੱਭਿਆਚਾਰ। कुल कवितावां कितनियां दित्तियां होईयां इन्हां दे विच 9। इन्हां दा विशा की है, पंजाबी सभ्याचार। इहदे अंदर जिहड़ी कवितावां आंदियां ने ओह लिख लो, देश नूं असीस गरीबां दी, पहले आंदी है। नैक्सट है जवान पंजाब दे, देश प्यार पंजाब मेरा। इहदे विच कुल कितनी कवितावां आंदियां ने, 9 कवितावां आंदियां ने। इन्हां दा विशा की है, पंजाबी सभ्याचार। इहदे विच पहली कविता हैगी असीस गरीबां, देश नूं असीस गरीबां दी। सैकेंड हैगी जवान पंजाब दे। अगे करदे हां, नैक्सट हैगी है पंजाब नूं कूकां मैं। ਇਹਦਾ मतलब की हैगा, कहते कवि जिहड़ा अपना पंजाबी सभ्याचार है जिहड़ी उहदे विच कदरां कीमतां जिहड़ियां अलोप हो रही ने उन्हां नूं याद कर रहा कवि, ठीक है। इस करके इस कविता का नाम की है, पंजाब नूं कूकां मैं। उन्हां कदरां कीमतां नूं याद कर रहा जिहड़ियां अलोप हो रही नेगियां। इस दे विच होर आउंदी है सोनी दा बुत्त। ठीक है जी, 3 हो गए सी। इस तो बाद अपना चौथा भाग किहड़ा गा, मैं ते ओह, मैं अते ओह। कुल कवितावां कितनियां ने, 20। विशा की इन्हां दा, रहस्यवादी। कुल कवितावां 20, इन्हां दा विशा की है, रहस्यवादी। इहदे विच जिहड़ी कवितावां आउंदियां उन्हां दे नाम लिख लो, लोकी कैन, रब सब विच है, सब कुछ है। एक होर कविता आंदी है, इहदे विच ओही लिख लो,
ਇੱਕ ਵੇਰੀ ਅਚਨਚੇਤ। ਇਹਦਾ ਮਤਲਬ ਕੀ ਹੈ, ਇੱਕ ਵੇਰੀ ਅਚਨਚੇਤ ਦਾ ਕਹਿੰਦੇ ਜਦੋਂ ਕੋਈ ਵਿਅਕਤੀ ਆਪਣੇ ਧਰਮ ਤੋਂ ਬੇਮੁਖ ਹੋ ਜਾਂਦਾ ਗਾ, ਠੀਕ ਹੈ, ਆਪਣੇ ਧਰਮ ਛੱਡ ਦਿੰਦਾ ਤਾਂ ਉਹ ਆਪਣੀ ਸ਼ਨਾਖਤ ਵੀ ਕੀ ਹੈ, ਆਪਣੀ ਆਪਣੀ ਪਛਾਣ ਵੀ ਕੀ ਹੈ ਕਹਿੰਦੇ ਗਵਾ ਦਿੰਦਾ ਗਾ। ਇਸ ਦੇ ਵਿੱਚ ਇੱਕ ਹੋਰ ਕਵਿਤਾ ਆਉਂਦੀ, ਉਹ ਵੀ ਲਿਖ ਲਓ, ਮੁੜ ਆ ਪਿਆਰੇ। ਇਹ ਜਿਹੜਾ ਆਪਣਾ ਚੌਥਾ ਭਾਗ ਹੈ ਮੈਥ ਤੇ ਉਹ, ਉਹਦੇ ਵਿੱਚ ਨੇ ਟੋਟਲ ਕਵਿਤਾਵਾਂ ਕਿੰਨੀਆਂ ਨੇ 20। ਇਹਦੇ ਵਿੱਚ ਇਹਨਾਂ ਦਾ ਵਿਸ਼ਾ ਕੀ ਹੈ, ਰਹੱਸਵਾਦੀ। ਜਿਹੜੀਆਂ ਕੁਝ ਕੁ ਕਵਿਤਾਵਾਂ ਨੇ ਉਹ ਲਿਖ ਲਓ, ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਕੁਝ ਹੈ, ਇੱਕ ਵੇਰੀ ਅਚਨਚੇਤ। ਨੈਕਸਟ ਹੈਗੀ ਹੈ ਮੁੜਾ ਪਿਆਰੇ। ਲਾਸਟ ਵਾਲਾ ਭਾਗ ਹੈਗਾ ਇੱਕ ਜੰਗਲੀ ਫੁੱਲ। ਇਹ ਜਿਹੜੀ ਆਪਾਂ ਖੁੱਲੇ ਮੈਦਾਨ ਲਈ ਕਾਵਿ ਸੰਗ੍ਰਹਿ ਲਿਖਿਆ ਸੀ, ਉਹਦੇ 5 ਭਾਗ ਕੀਤੇ ਸੀ ਨਾ, ਇਹ ਉਹਦੇ ਵਿੱਚ ਲੈ ਕੇ ਕਹਿੰਦੇ ਆਖਰੀ ਭਾਗ ਹੈ ਤੇ ਸਭ ਤੋਂ ਲੰਬੀ ਕੀ ਹੈ, ਬਿਰਤਾਂਤਕ ਕਵਿਤਾ ਹੈ। ਲੰਬੀ ਬਿਰਤਾਂਤਕ ਕਵਿਤਾ ਇਹ ਨੋਟ ਕਰ ਲਓ। ਅੱਗੇ ਇਸ ਨੂੰ ਵੀ 15 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇੱਕ ਜੰਗਲੀ ਫੁੱਲ ਹੈ ਜਿਹੜਾ ਕਹਿੰਦੇ ਇਹਨੂੰ 15 ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਇੱਕ ਲੰਬੀ ਬਿਰਤਾਂਤਕ ਕਵਿਤਾ ਹੈ। ਇਹਦੇ ਮਾਧਿਅਮ ਰਾਹੀਂ ਕਵੀ ਨੇ ਕੀ ਦੱਸਿਆਗਾ, ਇੱਕ ਜੰਗਲੀ ਫੁੱਲ ਦੇ ਰਾਹੀਂ ਕਹਿੰਦੇ ਜਿਹੜੀ ਕੁਦਰਤੀ ਸੁੰਦਰਤਾ ਹੁੰਦੀ ਹੈ ਨਾ, ਉਹ ਸ਼ਹਿਰੀ ਸੁੰਦਰਤਾ ਤੇ ਕਹਿੰਦੇ ਮੁਹਤਾਜ ਨਹੀਂ ਹੈਗਾ। ਜ਼ਰੂਰੀ ਨਹੀਂ ਹੈਗਾ ਕਿ ਕੋਈ ਜਿਹੜੀ ਚੀਜ਼ ਸ਼ਹਿਰ ਦੇ ਵਿੱਚ ਵੀ ਉਹੀ ਚੀਜ਼ ਸੋਹਣੀ ਹੈਗੀ, ਪਿੰਡਾਂ ਦੇ ਵਿੱਚ ਇੱਦਾਂ ਵੀ ਵੱਧ ਕੁਝ ਸੋਹਣਾ ਸੋਹਣਾ ਹੈਗਾ ਨਾ, ਉਹ ਚੀਜ਼ ਦੱਸੀ ਗਈ ਹੈ ਇੱਕ ਜੰਗਲੀ ਫੁੱਲ ਰਾਹੀਂ। ਅੱਗੇ ਆ ਜਾਓ, ਆਪਾਂ ਨੈਕਸਟ ਕਾਵਿ ਸੰਗ੍ਰਹਿ ਕਰਦੇ ਹਾਂ। ਖੁੱਲੇ ਕੁੰਡ। ਇਹਦੇ ਵਿੱਚ ਕੀ ਹੈ, ਸਿੱਖ ਦਰਸ਼ਨ ਦਾ ਕਾਵਿਕ ਵਿਅੰਜਨ ਹੈ। ਖੁੱਲੇ ਕੁੰਡ 'ਚ ਸਿੱਖ ਦਰਸ਼ਨ ਦਾ ਕਾਵਿਕ ਵਿਅੰਜਨ ਹੈ ਤੇ ਇਹਦੇ ਵਿੱਚ ਕੁੱਲ ਕਵਿਤਾਵਾਂ ਕਿੰਨੀਆਂ ਨੇ, 17। ਠੀਕ ਹੈ ਜੀ। ਖੁੱਲੇ ਕੁੰਡ ਇਹ ਕੀ ਹੈ, ਸਿੱਖ ਦਰਸ਼ਨ ਦਾ ਕਾਵਿਕ ਵਿਅੰਜਨ ਹੈ। ਇਹਦੇ ਵਿੱਚ ਟੋਟਲ ਕਵਿਤਾਵਾਂ ਕਿੰਨੀਆਂ ਨੇ, 17। ਇਹਦੇ ਵਿੱਚ ਕਵੀ ਨੇ ਕੀ ਦੱਸਿਆ ਕਿ ਜਿੰਨਾ ਵੀ ਕੁਝ ਬਣਿਆ, ਜਿੰਨੀ ਵੀ ਸ੍ਰਿਸ਼ਟੀ ਉਹ ਹੋਈ ਹੈ, ਕਹਿੰਦੇ ਸਭ ਕੁਝ ਕੀ ਹੈ, ਪ੍ਰਭੂ ਦੇ ਆਸਰੇ ਹੈ। ਮਨੁੱਖ ਨੂੰ ਆਪਣੇ ਹੰਕਾਰ ਵਿੱਚ ਆ ਕੇ, ਠੀਕ ਹੈ ਨਾ, ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ, ਸਗੋਂ ਦੀ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਇਹਦੇ ਵਿੱਚ ਇਹ ਚੀਜ਼ ਦੱਸੀ ਗਈ ਹੈ। ਜਿਹੜੀਆਂ ਇਹਦੇ ਅੰਦਰ ਕੁਝ ਕਵਿਤਾਵਾਂ ਆਈਆਂ ਨੇ, ਆਪਾਂ ਉਹ ਲਿਖਦੇ ਹਾਂ ਹੁਣ। ਨਾਮ ਮੈਂ ਪੁੱਛਦਾ, ਮੇਰਾ ਨਾਮ, ਇੱਕ ਮਿੰਟ, ਨਾਮ ਮੈਂ ਪੁੱਛਦਾ, ਨਾਮ ਮੇਰਾ ਕੀ ਹੈ, ਨਾਮ ਮੇਰਾ ਕੀ ਹੈ। ਕਰਮ ਕੂਕਦੇ ਕੌਣ ਕਰਦਾ।
अच्छा पहले कविता आंदी है, नाम मैं पुछदा नाम मेरा की है, करम करम करदे कौन करदा। फलसफा ते आर्ट। अगली हैगी करतार दी करतारता। ਜਿਹੜੀ करतार दी करतारता ਇਹਦੇ ਵਿੱਚ ਕੀ ਹੈ, कवि ने प्रभु की सिरजनात्मकता का वर्णन किया है। उन्होंने मतलब की है कि सारी सृष्टि की है, कहते प्रभु ने उसारी है, सारी सृष्टि उन्हें साजी हैगी। ਇਹਦਾ मतलब ये करतार दी करतारता का। नैक्सट काव्य संग्रह करते हैं, मेरा लास्ट वाला अपना। पहला सीगा खुले मैदान, सैकेंड आप किया खुले कुंड, तो हुण आपां करते हैं खुले आसमानी रंग। एक काव्य संग्रह बारे तुहानूं की दस्सिया सी कि प्रोफैसर पूरन सिंह दे मरण उपरंत छपिया सी ये। ठीक है जी। उन्नीस सौ 65 विच डॉक्टर महेंद्र सिंह रंधावा ने इसनूं पूरन सिंह जीवनी अते कविता सिरलेख हेठ प्रकाशित किया। ठीक है जी। खुले आसमानी रंग 1927 है, इन्होंने मरण उपरंत छपिया सीगा। 1965 में डॉक्टर महेंद्र सिंह रंधावा ने पूरन सिंह जीवनी और कविता सिरलेख शामिल किया इसनों। तो यदा पहला नाम की सीगा चमकदे किनके। बाद उन्होंने पूरन सिंह जीवनी और कहानी, ठीक है जी, वो सिरलेख शामिल करती सी, सॉरी जीवनी और कविता। तो पहला का नाम की सीगा चमकदे किनके। जिहड़ियां पुस्तकां नूं दो भागां विच वंडिया गया। बार दे रंग ते अचनचेत उडारियां। ਇਹਦੇ अंतर्गत टोटल 19 कवितावां ने, ਇਹਨੂੰ 30 हिस्सों ਦੇ ਵਿੱਚ ਵੰਡਿਆ ਗਿਆ। ਜਿਹੜਾ ਬਾਰ ਦੇ ਰੰਗ ਕੀਤਾ ਇਹਦੇ ਬਾਰੇ ਦੇਖ ਲਓ ਥੋੜਾ ਜਿਹਾ। ਜਿਹੜੀਆਂ ਦੇ ਅੰਦਰ ਕਵਿਤਾਵਾਂ ਆਉਂਦੇ ਨੇ ਜ਼ਿਆਦਾਤਰ ਕੀ ਹੈ, ਪ੍ਰਕਿਰਤੀ ਦਾ ਮਾਨਵੀਕਰਨ ਕਰਦੀਆਂ ਨੇ। प्रकृति का मानवीकरण, जी ये अंदर कवितावां आंदियां ने वो लिख लो। सवानी
ਜਿਸ ਨੂੰ ਰੱਬ ਪਿਆਰ ਕਰਦਾ ਹੈ। ਬਾਰ ਦੇ ਰੰਗ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਪ੍ਰਕਿਰਤੀ ਦਾ ਮਾਣ ਵੀ ਕਰਨਾ, ਇਹ ਚੀਜ਼ ਦੱਸੀ ਗਈ ਹੈ। ਇਹਦੇ ਜਿਹੜੀ ਕਵਿਤਾ ਹੁੰਦੀਆਂ, ਸਵਾਨੀ ਜਿਸ ਨੂੰ ਰੱਬ ਪਿਆਰ ਕਰਦਾ ਹੈ, ਗਰਾਂ ਦਾ ਮਿਹਨਤੀ ਬਲਦਾ। ਇਹਦੇ ਵਿੱਚ ਕੀ ਹੈ, ਇੱਕ ਜਿਵੇਂ ਜਾਨਵਰ ਦੀ ਮਜਬੂਰੀ ਤੇ ਇੱਕ ਮਨੁੱਖ ਦੀ ਮਜਬੂਰੀ, ਉਹਦੇ ਬਾਰੇ ਦੱਸਿਆ ਗਿਆ। ਇਹ ਤੋਂ ਨੈਕਸਟ ਹੈਗੀ ਹੈ ਸੋਹਣੀਆਂ ਚੀਜ਼ਾਂ ਸਾਰੀਆਂ। ਹਾਂਜੀ, ਇਹ ਸੀ ਜੀ ਆਪਣਾ ਅੱਜ ਦਾ ਟੌਪਿਕ ਪ੍ਰੋਫੈਸਰ ਪੂਰਨ ਸਿੰਘ, ਜੋ ਕੰਪਲੀਟ ਹੋ ਗਿਆ। ਜਿਵੇਂ ਕਿ ਤੁਹਾਨੂੰ ਦੱਸਿਆ, ਇਸ ਤੋਂ ਪਹਿਲਾਂ ਵੀ ਆਪਾਂ 2 ਟੌਪਿਕ ਕਰ ਚੁੱਕੇ ਹਾਂ। ਭਾਈ ਵੀਰ ਸਿੰਘ ਦੇ ਧਨੀ ਰਾਮ ਚਾਤਰਿਕ, ਉਹਦੀਆਂ ਵੀਡੀਓਜ਼ ਵੀ ਤੁਸੀਂ ਜ਼ਰੂਰ ਦੇਖਿਓ, ਉਹਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਤੇ ਐਂਡ ਵੀਡੀਓ ਅਗਰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਟਾਈਮ ਟੂ ਟਾਈਮ ਮਿਲਦੇ ਰਹਿਣ। ਐਂਡ ਸਾਡੀ ਐਪ ਕਲਾਸ ਐਜੂਟੈਕ ਇਹਨੂੰ ਵੀ ਜਲਦੀ ਤੋਂ ਜਲਦੀ ਡਾਊਨਲੋਡ ਕਰ ਲਓ, ਤਾਂ ਕਿ ਤੁਸੀਂ ਇੱਥੇ MCQ ਦੇ ਆਨਲਾਈਨ ਟੈਸਟ ਵੀ ਲਗਾ ਸਕਦੇ ਹੋ, ਤੁਹਾਨੂੰ ਉਹਦਾ ਰਿਜ਼ਲਟ ਉਸੇ ਟਾਈਮ ਮਿਲ ਜਾਏਗਾ। ਐਂਡ ਤੇ ਹੋਰ PDF ਮਟੀਰੀਅਲ ਵੀ ਇੱਥੋਂ ਲੈ ਸਕਦੇ ਹੋ। ਅਗਰ ਤੁਸੀਂ ਸਾਡਾ ਫ੍ਰੀ WhatsApp ਗਰੁੱਪ